ਗੁੱਡ ਮਾਰਨਿੰਗ ਸਟੂਡੈਂਟਸ। ਸਾਰਿਆਂ ਦਾ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਆ ਮੇਰੇ YouTube ਚੈਨਲ ਦੇ ਉੱਤੇ ਜਸਟ ਡੂ ਇਟ ਫॉर ਬ੍ਰਾਈਟ ਫਿਊਚਰ। ਮੈਂ ਸੁਰਿੰਦਰ ਕੁਮਾਰ। ਅੱਜ ਅਸੀਂ ਗੱਲ ਕਰਾਂਗੇ ਭਾਰਤ ਦੇ ਵਿੱਚ ਖੇਤੀਬਾੜੀ ਦਾ ਵਿਕਾਸ, ਐਗਰੀਕਲਚਰ ਡਿਵੈਲਪਮੈਂਟ ਇਨ ਇੰਡੀਆ। ਅਰਥ ਸ਼ਾਸਤਰ ਯਾਨੀ ਕਿ ਇਕਨੋਮਿਕਸ ਦਾ ਪਾਰਟ ਹੈ ਇਹ, ਕਲਾਸ 10th ਦੀ SST ਦਾ। ਅੱਜ ਅਸੀਂ ਇਸ ਚੈਪਟਰ ਦੇ ਵਿੱਚ ਅਸੀਂ ਪੂਰੇ ਚੈਪਟਰ ਦੇ ਬਾਰੇ ਡਿਸਕਸ ਕਰਾਂਗੇ। ਇਹਦੇ ਵਿੱਚ ਵੀਡੀਓ ਦੇ ਵਿੱਚ ਮੈਂ ਸਾਰੇ ਕੁਐਸਚਨ ਆਨਸਰ ਦੇ ਜਵਾਬ ਦਿੱਤੇ ਨੇ। ਤੁਸੀਂ ਇਹ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਵਾ। ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਸੈਸ਼ਨ ਦੇ ਵਿੱਚ ਸਭ ਕੁਝ ਦੱਸਣਾ ਚਾਹੂँਗਾ ਵੀ ਅਸੀਂ ਇਸ ਚੈਨਲ ਦੇ ਉੱਤੇ 6 ਤੋਂ ਲੈ ਕੇ 10ਵੀਂ ਕਲਾਸ ਦੇ ਸਾਰੇ ਮੇਨ ਸਬਜੈਕਟਸ ਨੇ, ਪਲੱਸ ਜਿਹੜਾ 10th ਕਲਾਸ ਦੀ SST ਇੰਗਲਿਸ਼ ਅਤੇ ਪੰਜਾਬੀ ਮੀਡੀਅਮ ਦੋਨਾਂ ਨੂੰ ਐਕਸਪਲੇਨ ਕੀਤਾ ਜਾ ਰਿਹਾ ਇਹਦੇ ਵਿੱਚ। ਅਤੇ ਮੈਂ ਇਹਦੇ ਵਿੱਚ ਜਿਹੜਾ ਸਿਲੇਬਸ ਆ ਉਹ SST ਦਾ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ। ਅਤੇ ਤੁਸੀਂ ਸਾਰੇ ਜਣਿਆਂ ਨੇ ਇਹਦੇ ਨਾਲ ਜ਼ਰੂਰ ਜੁੜਨਾ ਵਾ ਮੇਰੇ ਚੈਨਲ ਦੇ ਨਾਲ, ਅਤੇ ਇਸ ਨੂੰ ਹੋਰ ਬੱਚਿਆਂ ਤੱਕ ਵੀ ਸ਼ੇਅਰ ਕਰਨਾ ਵਾ। ਅਤੇ ਭਾਰਤ ਦੇ ਵਿੱਚ ਰਾਸ਼ਟਰੀ ਆਮਦਨ ਦਾ ਖੇਤੀ ਦਾ ਕੀ ਯੋਗਦਾਨ ਹੈ। ਹੁਣ ਸਾਨੂੰ ਸਾਰਿਆਂ ਨੂੰ ਪਤਾ ਵੀ ਭਾਰਤ ਜਿਹੜਾ ਵਾ ਉਹ ਖੇਤੀ ਪ੍ਰਧਾਨ ਦੇਸ਼ ਆ, ਤਾਂ ਉਹਦੇ ਵਿੱਚ ਕੀ ਯੋਗਦਾਨ ਆ ਦੇਖਦੇ ਹਾਂ। 1950-51 ਦੇ ਵਿੱਚ ਭਾਰਤ ਦੀ ਰਾਸ਼ਟਰੀ ਆਮਦਨ ਦੇ ਵਿੱਚ ਖੇਤੀ ਦਾ ਯੋਗਦਾਨ 56% ਸੀ। ਤਦ ਤੋਂ ਇਸ ਦੇ ਪ੍ਰਤੀਸ਼ਤ ਹਿੱਸੇ ਵਿੱਚ ਲਗਾਤਾਰ ਕਮੀ ਆ ਰਹੀ ਹੈ। 17-18 ਦੀ ਰਾਸ਼ਟਰੀ ਆਮਦਨ ਦੇ ਵਿੱਚ ਖੇਤੀ ਦਾ ਯੋਗਦਾਨ 15.3% ਹੀ ਸੀ। ਹੁਣ ਜਾਣੀ ਕਿ ਇਹ ਘਟ ਗਿਆ, ਪਹਿਲਾਂ ਐਗਰੀਕਲਚਰ ਦੇ ਉੱਤੇ ਸੀ ਜ਼ਿਆਦਾ ਡਿਪੈਂਡੈਂਟ ਸੀ, ਹੁਣ ਇਹ ਘਟ ਗਿਆ ਵਾ। ਦੂਜਾ ਕੁਐਸਚਨ ਹੈ, ਭਾਰਤ ਦੇ ਵਿੱਚ ਖੇਤੀ ਰੁਜ਼ਗਾਰ ਦਾ ਮੁੱਖ ਸਾਧਨ ਹੈ। ਇਸ ਦੇ ਉੱਤੇ ਨੋਟ ਲਿਖੋ। ਸਾਡੀ ਅਰਥ ਸ਼ਾਸਤਰ ਦੇ ਵਿੱਚ ਖੇਤੀ ਰੁਜ਼ਗਾਰ ਮੁੱਖ ਸਾਧਨ ਹੈ। 17-18 ਵਿੱਚ ਕਾਰਜਸ਼ੀਲ ਜਨਸੰਖਿਆ ਦਾ 46.2% ਖੇਤੀ ਕੰਮਾਂ ਦੇ ਨਾਲ ਲੱਗਿਆ ਹੋਇਆ ਹੈ। ਤੀਜਾ ਕੁਐਸਚਨ ਹੈ, ਭਾਰਤ ਦੇ ਵਿੱਚ ਮੁੱਖ ਭੂਮੀ ਸੁਧਾਰ ਕਿਹੜੇ ਹਨ? ਕੋਈ ਇੱਕ ਲਿਖੋ। ਇਹਦੇ ਵਿੱਚ ਮੁੱਖ ਭੂਮੀ ਸੁਧਾਰ ਨੇ ਜਿਹੜੇ ਜ਼ਿਮੀਂਦਾਰੀ ਪ੍ਰਥਾ ਦਾ ਖਾਤਮਾ ਕਰਨਾ, ਕਾਸ਼ਤਕਾਰੀ ਪ੍ਰਥਾ ਦੇ ਵਿੱਚ ਸੁਧਾਰ ਕਰਨਾ, ਭੂਮੀ ਦੀਆਂ ਜੋਤਾਂ ਦੇ ਉੱਚਤਮ ਸੀਮਾ ਨਿਰਧਾਰਿਤ ਕਰਨਾ, ਚੱਕਬੰਦੀ, ਅਤੇ ਨੈਕਸਟ ਹੈਗਾ ਵਾ ਸਹਿਕਾਰੀ ਖੇਤੀ ਦਾ ਵਿਕਾਸ। ਚੌਥਾ ਕੁਐਸਚਨ ਆ, ਹਰੀ ਕ੍ਰਾਂਤੀ ਤੋਂ ਕੀ ਭਾਵ ਹੈ? ਹਰੀ ਕ੍ਰਾਂਤੀ ਤੋਂ ਭਾਵ ਖੇਤੀ ਉਤਪਾਦਨ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਕਣਕ ਅਤੇ ਚੌਲ ਦੇ ਉਤਪਾਦਨ ਵਿੱਚ ਹੋਣ ਵਾਲੇ ਉਸ ਸਾਰੇ ਵਾਧੇ ਤੋਂ ਹੈ ਜੋ ਖੇਤੀ ਦੇ ਵਿੱਚ ਵਧੇਰੇ ਉਪਜ ਵਾਲੇ ਬੀਜਾਂ ਦੇ ਪ੍ਰਯੋਗ ਵਿੱਚ ਨਵੀਂ ਤਕਨੀਕ ਅਪਣਾਉਣ ਦੇ ਕਾਰਨ ਸੰਭਵ ਹੋਈ। ਨੈਕਸਟ ਹੈ ਕਿ ਹਰੀ ਕ੍ਰਾਂਤੀ ਆਉਣਾ ਸੀ ਉਰੇ। ਹਰੀ ਕ੍ਰਾਂਤੀ ਭਾਰਤ ਦੇ ਵਿੱਚ ਅੰਨ ਸਮੱਸਿਆ ਦਾ ਹੱਲ ਕਿਸ ਤਰ੍ਹਾਂ ਸਹਾਇਕ ਹੋਈ ਹੈ? ਹਰੀ ਕ੍ਰਾਂਤੀ ਦਾ ਕਾਰਨ 1967-68 ਅਤੇ ਇਸ ਤੋਂ ਬਾਅਦ ਸਾਲਾਂ ਦੇ ਵਿੱਚ ਫਸਲਾਂ ਦੇ ਉਤਪਾਦਨ ਦੇ ਵਿੱਚ ਬੜੀ ਤੇਜ਼ੀ ਨਾਲ ਰਫ਼ਤਾਰ ਦੇ ਵਿੱਚ ਹੋਈ। ਸਾਲ 1967-68 ਦੇ ਵਿੱਚ, ਜਿਸ ਦੇ ਵਿੱਚ ਹਰੀ ਕ੍ਰਾਂਤੀ ਦਾ ਸਾਲ ਮੰਨਿਆ ਜਾਂਦਾ ਹੈ, ਅਨਾਜ ਦੀ ਉਤਪਾਦਨ ਵੱਧ ਕੇ 950 ਲੱਖ ਟਨ ਹੋ ਗਈ ਸੀ। ਅਤੇ 17-18 ਦੇ ਵਿੱਚ ਅਨਾਜ ਦਾ ਉਤਪਾਦਨ 27-75 ਲੱਖ ਟਨ ਸੀ। ਅਗਲਾ ਪ੍ਰਸ਼ਨ ਹੈ ਜਿਹੜੇ ਕਿ ਸਾਡੇ ਸ਼ਾਰਟ ਕੁਐਸਚਨ ਆਨਸਰ ਆਉਣਗੇ, 50 ਤੋਂ 60 ਸ਼ਬਦਾਂ ਦੇ ਵਿੱਚ ਲਿਖਣਾ ਵਾ। ਪਹਿਲਾ ਹੈ, ਭਾਰਤੀ ਅਰਥ ਵਿਵਸਥਾ ਦੇ ਵਿੱਚ ਖੇਤੀ ਦਾ ਮਹੱਤਵ ਵਰਣਨ ਕਰੋ। ਭਾਰਤ ਦੇ ਵਿੱਚ ਖੇਤੀ ਵਿਵਸਥਾ ਦੇ ਵਿੱਚ ਖੇਤੀ ਦਾ ਮਹੱਤਵ ਹੇਠ ਲਿਖੇ ਅਨੁਸਾਰ ਹੈ। ਰੁਜ਼ਗਾਰ ਦਾ ਮੁੱਖ ਸਰੋਤ ਵੀ ਇਹ ਰੁਜ਼ਗਾਰ ਦਾ ਮੁੱਖ ਰਿਸੋਰਸ ਸੀਗਾ। ਇਸ ਧੰਦੇ ਵਿੱਚ ਭਾਰਤ ਦੀ ਜਨਸੰਖਿਆ ਦਾ 46.2 ਭਾਗ ਪ੍ਰਤੱਖ ਰੂਪ ਦੇ ਵਿੱਚ ਲੱਗਿਆ ਹੋਇਆ ਹੈ। ਇਸ ਲਈ ਖੇਤੀ ਭਾਰਤੀਆਂ ਦਾ ਰੁਜ਼ਗਾਰ ਦਾ ਮੁੱਖ ਸਾਧਨ ਹੈ। ਦੂਜਾ ਹੈ, ਰਾਸ਼ਟਰੀ ਆਮਦਨ ਵਿੱਚ ਖੇਤੀ ਦਾ ਯੋਗਦਾਨ। ਖੇਤੀ ਰਾਸ਼ਟਰੀ ਆਮਦਨ ਦਾ ਇੱਕ ਵੱਡਾ ਭਾਗ ਪ੍ਰਦਾਨ ਕਰਦੀ ਹੈ। ਰਾਸ਼ਟਰੀ ਆਮਦਨ ਦਾ ਲਗਭਗ 15.3% ਭਾਗ ਖੇਤੀ ਤੋਂ ਹੀ ਹੁੰਦਾ ਹੈ। ਤੀਜਾ ਹੈ, ਰੁਜ਼ਗਾਰ ਦਾ ਸਾਧਨ। ਭਾਰਤੀ ਖੇਤੀ ਭਾਰਤ ਦੇ ਮਜ਼ਦੂਰੀ ਸੰਖਿਆ ਦਾ ਸਭ ਤੋਂ ਵੱਧ ਭਾਗ ਨੂੰ ਰੁਜ਼ਗਾਰ ਪ੍ਰਦਾਨ ਕਰਦੀ ਹੈ ਅਤੇ ਕਰਦੀ ਰਹੇਗੀ। ਨੈਕਸਟ ਹੈਗਾ ਵਾ ਉਦਯੋਗਾਂ ਦਾ ਯੋਗਦਾਨ। ਭਾਰਤ ਦੇ ਵਿੱਚ ਕਈ ਉਦਯੋਗ ਕੱਚੇ ਮਾਲ ਵਿੱਚ ਖੇਤੀਬਾੜੀ ਉੱਪਰ ਨਿਰਧਾਰਿਤ ਹਨ, ਜਿਵੇਂ ਸੂਤੀ ਕੱਪੜਾ, ਪਟਸਨ, ਖੰਡ, ਤੇਲ ਦੇ ਬੀਜ, ਹੱਥ ਖੜੀ ਅਤੇ ਬਨਸਪਤੀ ਘਿਓ, ਅਤੇ ਬਹੁਤ ਸਾਰੇ ਉਦਯੋਗ ਖੇਤੀ ਦੇ ਉੱਤੇ ਹੀ ਨਿਰਭਰ ਹਨ। ਪੰਜਵਾਂ ਹੈ, ਅੰਤਰਰਾਸ਼ਟਰੀ ਵਪਾਰ ਦੇ ਵਿੱਚ ਯੋਗਦਾਨ। ਭਾਰਤ ਦੇ ਵਿੱਚ ਕੁੱਲ ਨਿਰਯਾਤ ਪ੍ਰਤੱਖ ਅਤੇ ਸਪਸ਼ਟ ਰੂਪ ਦੇ ਵਿੱਚ 18% ਖੇਤੀ ਉਪਜ ਤੋਂ ਬਣੇ ਪਦਾਰਥਾਂ ਦੇ ਰੂਪ ਦੇ ਵਿੱਚ ਨਿਰਧਾਰਿਤ ਕਰਦਾ ਹੈ। ਦੂਜਾ ਕੁਐਸਚਨ ਹੈ, ਭਾਰਤ ਦੇ ਵਿੱਚ ਖੇਤੀਬਾੜੀ ਦੀਆਂ ਮੁੱਖ ਸਮੱਸਿਆਵਾਂ ਦਾ ਵਰਣਨ ਕਰੋ। ਉੱਤਰ ਹੈ, ਭਾਰਤੀ ਖੇਤੀ ਵਿੱਚ ਮੁੱਖ ਸਮੱਸਿਆਵਾਂ 3 ਹਿੱਸਿਆਂ ਦੇ ਵਿੱਚ ਵੰਡੀਆਂ ਜਾ ਸਕਦੀਆਂ ਹੈ। ਪਹਿਲਾ ਹੈ ਮਨੁੱਖੀ ਸਮੱਸਿਆਵਾਂ। ਭਾਰਤੀ ਖੇਤੀ ਦੇ ਪਿਛੜੇਪਣ ਦਾ ਇੱਕ ਮੁੱਖ ਕਾਰਨ ਹੈ ਕਿ ਸਾਡੇ ਦੇਸ਼ ਦੇ ਵਿੱਚ ਖੇਤੀ
ਉੱਤੇ ਬਹੁਤ ਜ਼ਿਆਦਾ ਲੋਕ ਨਿਰਭਰ ਕਰਦੇ ਹਨ। ਖੇਤੀ ਉੱਤੇ ਜਨਸੰਖਿਆ ਦਾ ਵਧੇਰੇ ਦਬਾਅ ਹੋਣ ਕਾਰਨ ਉਪਖੰਡ ਅਤੇ ਵਿਖੰਡਨ ਦਾ ਸਮੱਸਿਆਵਾਂ ਪੈਦਾ ਹੋਈ ਹੈ। ਪਿਛੜੀ ਹੋਈ ਬੇਰੁਜ਼ਗਾਰੀ ਵਧੀ ਹੈ। ਦੂਜਾ ਹੈ ਸੰਸਥਾਗਤ ਸਮੱਸਿਆਵਾਂ। ਭਾਰਤ ਦੇ ਵਿੱਚ ਜ਼ਿਆਦਾਤਰ ਖੇਤ ਬਹੁਤ ਛੋਟੇ ਹਨ। ਖੇਤਾਂ ਦੇ ਛੋਟੇ ਹੋਣ ਕਾਰਨ ਉਹਨਾਂ ਉੱਤੇ ਵਿਗਿਆਨਿਕ ਢੰਗ ਨਾਲ ਖੇਤੀ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਨਾਲ ਪਸ਼ੂ ਯੰਤਰਾਂ ਅਤੇ ਸਿੰਜਾਈ ਖੇਤਰਾਂ ਦੀ ਫਜ਼ੂਲ ਖਰਚੀ ਹੁੰਦੀ ਹੈ। ਤੀਜਾ ਹੈ ਸਾਡੇ ਕੋਲ ਤਕਨੀਕੀ ਸਮੱਸਿਆਵਾਂ। ਪਹਿਲੀ ਹੈ ਸਿੰਜਾਈ ਦੇ ਬਹੁਤ ਘੱਟ ਸਹੂਲਤਾਂ, ਪੁਰਾਣੇ ਖੇਤੀ ਔਜ਼ਾਰ, ਖੇਤੀ ਦੇ ਪੁਰਾਣੇ ਤਰੀਕੇ, ਉੱਨਤ ਬੀਜਾਂ ਦੀ ਘਾਟ, ਖਾਦਾਂ ਦੀ ਘਾਟ, ਦੋਸ਼ਪੂਰਨ ਵਿਕਰੀ ਪ੍ਰਣਾਲੀ, ਫਸਲਾਂ ਦੀਆਂ ਬਿਮਾਰੀਆਂ ਅਤੇ ਟਿੱਡੀਆਂ ਦਾ ਹਮਲਾ, ਸਾਖ ਸੁਰੱਖਿਆ ਸਹੂਲਤਾਂ ਦੀ ਘਾਟ। ਤੀਜਾ ਪ੍ਰਸ਼ਨ ਹੈ ਭਾਰਤ ਦੇ ਵਿੱਚ ਖੇਤੀ ਦੇ ਵਿਕਾਸ ਵਿੱਚ ਸਰਕਾਰ ਦਾ ਯੋਗਦਾਨ ਦਾ ਵਰਣਨ ਕਰੋ। ਉੱਤਰ ਹੈ ਖੇਤੀ ਦੇ ਵਿਕਾਸ ਦੇ ਵਿੱਚ ਭਾਰਤੀ ਸਰਕਾਰ ਹੇਠ ਲਿਖੇ ਮਹੱਤਵਪੂਰਨ ਯੋਗਦਾਨ ਰਿਹਾ ਹੈ। ਪਹਿਲਾ ਹੈ ਭੂਮੀ ਸੁਧਾਰ ਦੇ ਖੇਤੀ ਦੇ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਆਜ਼ਾਦੀ ਤੋਂ ਪਿੱਛੋਂ ਸਰਕਾਰ ਨੇ ਭੂਮੀ ਸੁਧਾਰ ਸੰਬੰਧੀ ਕਈ ਮਹੱਤਵਪੂਰਨ ਕੰਮ ਕੀਤੇ ਹਨ, ਜਿਵੇਂ ਜ਼ਿਮੀਂਦਾਰੀ ਪ੍ਰਥਾ ਦਾ ਖਾਤਮਾ, ਕਾਸ਼ਤਕਾਰੀ ਪ੍ਰਥਾ ਵਿੱਚ ਸੁਧਾਰ, ਭੂਮੀ ਵਿੱਚ ਜੋਤਾਂ ਉੱਪਰ ਉੱਚਤਮ ਸੀਮਾ ਚੱਕਬੰਦੀ ਅਤੇ ਪੰਜਵਾਂ ਹੈ ਸਹਿਕਾਰੀ ਖੇਤੀ ਦਾ ਵਿਕਾਸ। ਦੂਜਾ ਹੈ ਸਿੰਜਾਈ ਦਾ ਵਿਸਥਾਰ। 1951 ਦੇ ਵਿੱਚ ਸਿਰਫ 17% ਜ਼ਮੀਨ ਉੱਤੇ ਸਿੰਜਾਈ ਦੀ ਵਿਵਸਥਾ ਸੀ ਅਤੇ ਹੁਣ ਇਹ ਵੱਧ ਕੇ 42% ਜ਼ਮੀਨ ਉੱਤੇ ਹੋ ਗਈ ਹੈ। ਫਿਰ ਵਿਤਰਣ ਪ੍ਰਣਾਲੀ ਵਿੱਚ ਸੁਧਾਰ। ਚੌਥਾ ਹੈ ਖੇਤੀ ਸੰਬੰਧੀ ਖੋਜਾਂ ਅਤੇ ਵਿਕਾਸ। ਪੰਜਵਾਂ ਹੈ ਖੇਤੀ ਯੋਗ ਜ਼ਮੀਨ ਦਾ ਵਿਕਾਸ। ਛੇਵਾਂ ਹੈ ਖੇਤੀ ਵਪਾਰੇ ਵਿੱਚ ਸੁਧਾਰ। ਸੱਤਵਾਂ ਹੈ ਸਾਖ ਸਹੂਲਤਾਂ ਵਿੱਚ ਵਿਸਥਾਰ। ਚੌਥਾ ਹੈ ਹਰੀ ਕ੍ਰਾਂਤੀ ਤੋਂ ਤੁਸੀਂ ਕੀ ਸਮਝਦੇ ਹੋ? ਹਰੀ ਕ੍ਰਾਂਤੀ ਦੇ ਪ੍ਰਭਾਵ ਕੀ ਹਨ? ਉੱਤਰ ਹੈ ਹਰੀ ਕ੍ਰਾਂਤੀ ਸ਼ਬਦ ਦੀ ਵਰਤੋਂ ਖੇਤੀ ਵਿੱਚ ਕੀਤੀ ਗਈ ਹੈ। ਭਾਰਤ ਦੇ ਵਿੱਚ ਪਹਿਲੀਆਂ 3 ਯੋਜਨਾਵਾਂ ਦੀ ਮਿਆਦ ਵਿੱਚ ਅਪਣਾਏ ਗਏ ਖੇਤੀ ਸੁਧਾਰਾਂ ਕਾਰਨ 1967-68 ਦੇ ਵਿੱਚ ਅਨਾਜ ਦੀ ਉਤਪਾਦਨ ਵਿਸ਼ੇਸ਼ ਰੂਪ ਦੇ ਵਿੱਚ ਕਣਕ ਚੌਲ ਉਤਪਾਦਨ ਵਿੱਚ 1966-67 ਦੀ ਤੁਲਨਾ ਦੇ ਲਗਭਗ 25% ਦਾ ਵਾਧਾ ਹੋਇਆ। ਇਸੇ 1 ਸਾਲ ਦੇ ਵਿੱਚ ਅਨਾਜ ਦੇ ਉਤਪਾਦਨ ਵਿੱਚ ਇੰਨੇ ਵਧੇਰੇ ਵਾਧੇ ਹੋਣ ਦਾ ਇੱਕ ਕ੍ਰਾਂਤੀ ਦਾ ਬਰਾਬਰ ਸੀ। ਇਸ ਲਈ ਅਰਥਸ਼ਾਸਤਰੀਆਂ ਨੇ ਅਨਾਜ ਦੇ ਉਤਪੰਨ ਹੋਣ ਲਈ ਇਸ ਦੇ ਵਾਧੇ ਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ। ਹਰੀ ਕ੍ਰਾਂਤੀ ਦਾ ਭਾਵ ਇਸ ਦੇ ਪ੍ਰਭਾਵ ਤੋਂ ਹੋਇਆ ਹੈ। ਹੇਠ ਲਿਖਿਆ ਹੈ। ਪਹਿਲਾ ਹੈ ਖਾਦ ਸਮੱਸਿਆ ਦਾ ਹੱਲ। ਹਰੀ ਕ੍ਰਾਂਤੀ ਫਲਸਰੂਪ ਅਨਾਜਾਂ ਦੇ ਉਤਪਾਦਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਅਸਲ ਦੇ ਵਿੱਚ ਹਰੀ ਕ੍ਰਾਂਤੀ ਕਾਫੀ ਹੱਦ ਤੱਕ ਖਾਦ ਸਮੱਸਿਆਵਾਂ ਦੇ ਹੱਲ ਵਿੱਚ ਸਹਾਇਕ ਹੋਈ ਹੈ। ਦੂਜਾ ਹੈ ਉਦਯੋਗਾਂ ਦੇ ਵਿਕਾਸ। ਹਰੀ ਕ੍ਰਾਂਤੀ ਦੇ ਫਲਸਰੂਪ ਸਾਡੇ ਉਦਯੋਗਾਂ ਦੀ ਖੇਤੀ ਵਿਕਾਸ ਵਿੱਚ ਕਾਫੀ ਉਚਿਤ ਪ੍ਰਭਾਵ ਪਿਆ ਹੈ। ਰਸਾਇਣਿਕ ਖਾਦਾਂ, ਟਰੈਕਟਰਾਂ, ਡੀਜ਼ਲ ਇੰਜਣ ਆਦਿ ਦੇ ਕਾਰਖਾਨੇ ਸਥਾਪਿਤ ਕਰਨ ਦੇ ਵਿੱਚ ਵਾਧਾ ਹੋਇਆ ਹੈ। ਤੀਜਾ ਹੈ ਕਿਸਾਨਾਂ ਦੀ ਖੁਸ਼ਹਾਲੀ। ਹਰੀ ਕ੍ਰਾਂਤੀ ਦੇ ਕਾਰਨ ਕਿਸਾਨਾਂ ਦੇ ਵਿਵਸਥਾ ਵਿੱਚ ਕਾਫੀ ਸੁਧਾਰ ਹੋਇਆ ਹੈ। ਉਹਨਾਂ ਦਾ ਜੀਵਨ ਪੱਧਰ ਪਹਿਲਾਂ ਨਾਲੋਂ ਉੱਚਾ ਹੋਇਆ ਹੈ। ਚੌਥਾ ਹੈ ਵਿਚਾਰਧਾਰਾ ਵਿੱਚ ਪਰਿਵਰਤਨ। ਹਰੀ ਕ੍ਰਾਂਤੀ ਨੇ ਭਾਰਤੀ ਪਿੰਡਾਂ ਦੇ ਵਿਚਾਰਾਂ ਵਿੱਚ ਸ਼ਾਂਤੀ ਪੈਦਾ ਕਰ ਦਿੱਤੀ ਹੈ। ਹੁਣ ਪੇਂਡੂ ਲੋਕ ਸਮਝਣ ਲੱਗੇ ਹਨ ਕਿ ਉਹ ਵਿਗਿਆਨ ਦੇ ਸਹਾਇਤਾ ਨਾਲ ਆਪਣੀ ਬਦਕਿਸਮਤੀ ਨੂੰ ਖੁਸ਼ਕਿਸਮਤੀ ਵਿੱਚ ਬਦਲ ਸਕਦੇ ਹਨ। ਪੰਜਵਾਂ ਕੁਐਸਚਨ ਹੈ ਹਰੀ ਕ੍ਰਾਂਤੀ ਦੀ ਸਫਲਤਾ ਦੇ ਮੁੱਖ ਤੱਤਾਂ ਬਾਰੇ ਲਿਖੋ। ਭਾਰਤ ਦੇ ਵਿੱਚ ਹਰੀ ਕ੍ਰਾਂਤੀ ਲਿਆਉਣ ਦੇ ਬਹੁਤ ਸਾਰੇ ਤੱਥ ਜ਼ਿੰਮੇਵਾਰ ਹਨ। ਇਹਨਾਂ ਵਿੱਚ ਮੁੱਖ ਹੇਠ ਲਿਖੇ ਹਨ। ਪਹਿਲਾ ਹੈ ਉੱਨਤ ਬੀਜਾਂ ਦੀ ਵਰਤੋਂ। ਭਾਰਤ ਦੇ ਵਿੱਚ ਹਰੀ ਕ੍ਰਾਂਤੀ ਲਿਆਉਣ ਦਾ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਦੀ ਵਰਤੋਂ 1966 ਵਿੱਚ ਕੀਤੀ ਗਈ। ਦੂਜਾ ਹੈ ਰਸਾਇਣਿਕ ਖਾਦਾਂ ਦੇ ਵਾਧੇ ਦੇ ਵਰਤੋਂ ਕਾਰਨ ਅਨਾਜ ਦੇ ਉਤਪਾਦਨ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ। ਸੰਨ 1967-68 ਦੇ ਵਿੱਚ 11 ਲੱਖ ਟਨ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੀ ਗਈ। ਹੁਣ ਇਸ ਦੀ ਖਪਤ 2017-18 ਵਿੱਚ ਵੱਧ ਕੇ 255.76 ਲੱਖ ਟਨ ਹੋ ਗਈ। ਤੀਜਾ ਹੈ ਵਧੇਰੇ ਸਿੰਜਾਈ ਦੇ ਖੇਤਰ ਵਿੱਚ ਹੋਣ ਵਾਲੇ ਵਾਧੇ ਨੂੰ ਹਰੀ ਕ੍ਰਾਂਤੀ ਲਿਆਉਣ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਹੁਣ 42% ਭੂਮੀ ਦੀ ਸਿੰਜਾਈ ਹੁੰਦੀ ਹੈ। ਚੌਥਾ ਆਧੁਨਿਕ ਖੇਤੀ ਔਜ਼ਾਰ ਦੀ ਵਰਤੋਂ। ਆਧੁਨਿਕ ਖੇਤੀ ਔਜ਼ਾਰ ਜਿਵੇਂ ਟਰੈਕਟਰ, ਟਿਊਬਵੈੱਲ, ਡੀਜ਼ਲ ਇੰਜਣ ਆਦਿ ਦੀ ਵਰਤੋਂ
ਵੀ ਹਰੀ ਕ੍ਰਾਂਤੀ ਨੂੰ ਲਿਆਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪੰਜਵਾਂ ਹੈ ਵਿਕਰੀ ਸੰਬੰਧੀ ਸਹੂਲਤਾਂ। ਕਿਸਾਨ ਨੇ ਪਹਿਲਾਂ ਆਪਣੇ ਉਤਪਾਦਨ ਦਾ ਉਚਿਤ ਮੁੱਲ ਨਹੀਂ ਮਿਲ ਸਕਦਾ ਸੀ, ਇਸੇ ਕਾਰਨ ਖੇਤੀ ਵਿਕਾਸ ਦੇ ਵਿੱਚ ਵਧੇਰੇ ਖਰਚਾ ਨਹੀਂ ਕਰ ਸਕਦਾ ਸੀ। ਇਹ ਸੀਗਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਜੇਕਰ ਪਸੰਦ ਆਇਆ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਇਸ ਸੈਸ਼ਨ ਨੂੰ ਹੋਰਾਂ ਨਾਲ ਵੀ ਸ਼ੇਅਰ ਕਰੋ ਤਾਂ ਜੋ ਕੀ ਆ ਹਰੇਕ ਬੱਚਾ ਇਸ ਤੋਂ ਨੌਲੇਜ ਲੈ ਸਕੇ ਅਤੇ ਮੇਰੇ ਚੈਨਲ ਨਾਲ ਵੱਧ ਤੋਂ ਵੱਧ ਜੁੜੋ ਅਤੇ ਹੋ ਸਕੇ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।